देश दुनिया च वसते पंजाबियों को खुशामदीद। मैं हरजिंदर सिंह रंधावा, तुस देख रहे हो पंजाब टैलीविजन और मेरे नाल ने सरदार नरेंद्रपाल सिंह। सरदार साहब, मार्क्स का पॉपुलर सिद्धांत विरोध विकास है जी कि विरोध चो विकास निकलता है, जी। लेकिन जे विरोध अपना ही विरोध हो निबड़े जी। तो वह विनाश कहवाउंदा है। तो फिर तुसी कहावत सुनी है ना कि हनेरे च सूई लभणी। ਉਹਦਾ ਕੀ ਮਤਲਬ ਹੋਇਆ? हनेरे च सूई लभणी ਲੱਭਦੀ ਕਿੱਥੇ ਹੈ लभणी कमाल करन डे जे जदों तुहाडे कोल सत्ता ही नहीं हैगी जी, फिर जमीन भी खुस जाए सत्ता वाली तो फिर उस खुसी हुई जमीन नूं लभदियां अपना सारा कुछ गवा लेना, फिर उन्होंने विकास कहोगे? ਤੁਸੀਂ ਠੀਕ ਆਖਦੇ ਹੋ। ਕਈ ਵਾਰੀ ਅਸੀਂ ਵਿਰੋਧ ਕਰਨ ਲਈ ਇੰਨੇ ਕਾਲੇ ਹੁੰਨੇ ਆ, ਬੇਸਬਰੇ ਹੁੰਨੇ ਆ ਕਿ ਅਸੀਂ ਆਪਣੇ ਸਿਧਾਂਤਕ ਸਟੈਂਡ ਜਿਹੜੇ ਹੁੰਦੇ ਆ ਇਤਿਹਾਸ ਵਾਲੇ ਉਹ ਵੀ ਭੁੱਲ ਜਾਂਦੇ ਆ। ਹਾਂ, ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਧ ਸੇਕ ਲੱਗਿਆ ਵੱਖ-ਵੱਖ ਮੌਕਿਆਂ ਤੇ ਕੇਂਦਰ ਨੇ ਧਾਰਾ 356 ਜੀ ਧਾਰਾ 356 ਦੇ ਤਹਿਤ ਅਕਾਲੀ ਸਰਕਾਰਾਂ ਤੋੜਤੀਆਂ ਜੀ, ਰਾਸ਼ਟਰਪਤੀ ਰਾਜ ਲਾਗੂ ਹੋ ਗਏ ਜੀ। ਬਹੁਤ ਵਾਰੀ ਅਕਾਲੀ ਇਹੀ ਮੰਗ ਕਰਦੇ ਰਹੇ ਕਿ ਰਾਜਾਂ ਨੂੰ ਵੱਧ ਅਧਿਕਾਰ ਦਿਓ ਜੀ, ਸੱਤਾ ਦਾ ਵਿਕੇਂਦਰੀਕਰਨ ਹੋਵੇ ਜੀ। ਫੈਡਰਲ ਢਾਂਚੇ ਦੇ ਵਿੱਚ ਜਿਹੜੇ ਸਟੇਟ ਆ ਜੀ। ਉਹਦੇ ਆਪਣੇ ਹੱਕ ਹਕੂਕ ਰਾਖਵੇਂ ਹੋਣ। ਜੀ। ਸਾਰਾ ਜੋ ਤੇ ਲੜਿਆ ਗਿਆ ਔਰ ਫਿਰ ਪੀੜ੍ਹੀ ਬਦਲ ਜਾਂਦੀ ਹੈ, ਨਵੇਂ ਲੋਕ ਆ ਜਾਂਦੇ ਆ, ਜੀ। ਇਤਿਹਾਸ ਭੁੱਲ ਜਾਂਦੇ ਆ, ਨਵੀਆਂ ਚੀਜ਼ਾਂ ਆ ਜਾਂਦੀਆਂ। ਔਰ ਮੈਂ ਅਕਾਲੀ ਦਲ ਦੇ ਪੇਜ ਦੇ ਉੱਤੇ ਇਹ ਦੇਖ ਰਿਹਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਬਿਆਨ ਦੇ ਰਿਹਾ, ਉੱਤੇ ਮੋٹے-ਮੋٹے ਲਫ਼ਜ਼ਾਂ 'ਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣ ਵਾਲਾ ਕੁਝ ਇੰਝ ਹੀ ਲਿਖਿਆ। ਬਿਲਕੁਲ ਬਿਲकुल ਬਿਲकुल। ਮੈਨੂੰ ਇਹ ਸਮਝ ਨਹੀਂ ਆਈ ਕਿ ਇਹ ਲਫ਼ਜ਼ ਲਿਖਦਿਆਂ ਵੀ ਇਹਨਾਂ ਦੀ ਰੂਹ ਕਿਉਂ ਨਾ ਕੰਬੇ। ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਤੁਸੀਂ ਕਾਲਾ ਚੋਰ ਲਾ ਦਿਓ, ਸਾਨੂੰ ਕੋਈ ਫਰਕ ਨਹੀਂ। ਹਾਂ, ਕਿਉਂਕਿ ਪੰਜਾਬ ਦਾ ਕੁਝ ਨਹੀਂ ਸੌ ਰਿਹਾ, ਪਿਛਲੇ 20 ਸਾਲ ਹੋ ਗਏ ਉਦਾਂ ਹੀ ਹੋਈ ਜਾਂਦਾ। ਬਿਲਕੁਲ। ਲੇਕਿਨ ਸਵਾਲ ਇਹ ਹੈ ਕਿ ਤੁਸੀਂ ਜਿਹੜੇ ਚੀਜ਼ ਲਈ ਸੰਘਰਸ਼ ਕਰਦੇ ਰਹੇ, ਹਾਂ, ਜਿਸ ਪ੍ਰਚਲਨ ਦੇ ਖਿਲਾਫ ਲੜਦੇ ਰਹੇ, ਜੀ। ਅੱਜ ਤੁਸੀਂ ਉਹਦੇ ਹੱਕ 'ਚ ਕਿੱਦਾਂ ਭੁਗਤ ਸਕਦੇ ਹੋ? ਬਿਲਕੁਲ ਸਹੀ। ਇਸ ਥਿਊਰੀ ਨੂੰ ਸਰਦਾਰ ਸਾਹਿਬ ਤੁਸੀਂ ਕੀ ਮੰਨੋਗੇ? ਇਹ ਬਹੁਤ ਕਾਲ ਦੇ ਵਿੱਚ ਕੀਤੀ ਗਲਤੀ ਆ ਜੀ, ਜਾਂ ਇਹ ਸਾਨੂੰ ਇਤਿਹਾਸ ਵੱਲ ਅਸੀਂ ਅੱਖਾਂ ਬੰਦ ਕਰ ਲਈਆਂ, ਦਰਵਾਜ਼ੇ ਢੋਲੇ, ਜਾਂ ਸਾਡੀ ਸਮਝ ਛੋਟੀ ਹੋ ਗਈ ਤੇ ਜਾਂ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਹਿ ਕੀ ਰਹੇ। ਦੇਖੋ ਤੁਸੀਂ ਬਹੁਤੀ ਦੂਰ ਨਾ ਜਾਓ, ਸਿਰਫ ਇਸੇ ਅਕਾਲੀ ਦਲ ਜਿਹਨੂੰ ਹੁਣ ਲੋਕ ਬਾਦਲ ਦਲ ਕਹਿੰਦੇ ਨੇ, ਇਹਨਾਂ ਦੇ ਜਿਹੜੇ ਸਰਵੋ ਸਰਵਾ ਨੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਜੀ, ਉਹਨਾਂ ਦਾ ਜਿਹੜਾ ਸੱਤਾ ਦਾ ਦੌਰ ਸ਼ੁਰੂ ਹੁੰਦਾ 1973 ਤੋਂ ਸ਼ੁਰੂ ਹੁੰਦਾ ਔਰ ਉਹਨਾਂ ਦੇ ਦੌਰ ਦੇ ਦਰਮਿਆਨ ਸਭ ਤੋਂ ਪਹਿਲਾਂ ਜਿਹੜਾ ਰਾਸ਼ਟਰਪਤੀ ਰਾਜ ਲੱਗਦਾ ਉਹ 30 ਅਪ੍ਰੈਲ 1977 ਤੋਂ ਲੈ ਕੇ 20 ਜੂਨ 1977 ਤੱਕ ਲੱਗਦਾ ਜੀ। ਉਹਦੇ ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਂਦਾ ਹੈ 17 ਫਰਵਰੀ 1980, ਉਦੋਂ ਵੀ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਔਰ ਇਹ ਰਾਸ਼ਟਰਪਤੀ ਰਾਜ ਜਿਹੜਾ 6 ਜੂਨ 1980 ਤੱਕ ਜਾਰੀ ਰਹਿੰਦਾ ਹੈ। ਉਸ ਤੋਂ ਬਾਅਦ 10/10/1983 ਨੂੰ ਰਾਸ਼ਟਰਪਤੀ ਰਾਜ ਲੱਗਦਾ ਔਰ ਇਹ ਰਾਸ਼ਟਰਪਤੀ ਰਾਜ ਜਿਹੜਾ ਲੱਗਦਾ ਇਹ 29/9/85 ਤੱਕ ਲੱਗਦਾ ਜਦੋਂ ਸੁਰਜੀਤ ਸਿੰਘ ਬਰਨਾਲਾ ਮੁੜ ਕੇ ਸੱਤਾ ਵਿੱਚ ਆਉਂਦੇ ਨੇ। ਬਿਲਕੁਲ। ਔਰ ਆਖਰੀ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਲੱਗਦਾ, ਜਿਹੜਾ ਜਿਹਨੂੰ ਕਿਹਾ ਜਾ ਸਕਦਾ ਕਿ ਅਕਾਲੀਆਂ ਨੂੰ ਸੱਤਾ ਤੋਂ ਲਾਂਭੇ ਕਰਕੇ ਰਾਸ਼ਟਰਪਤੀ ਰਾਜ ਲਾਗੂ ਲੱਗਾ, ਉਹ 11/6/1987 ਨੂੰ ਲੱਗਦਾ ਤੇ 25 ਫਰਵਰੀ 1982 ਨੂੰ ਖਤਮ ਹੁੰਦਾ। 92 ਨੂੰ ਕਿ 82 ਨੂੰ? 92 ਨੂੰ। ਔਰ ਇਕੱਲੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਇਤਿਹਾਸ ਆ 1951 ਤੋਂ ਲੈ ਕੇ 1992 ਤੱਕ ਕਹਿੰਦੇ 3510 ਦਿਨ ਰਾਸ਼ਟਰਪਤੀ ਰਾਜ ਲਾਗੂ ਰਿਹਾ ਇਸ ਸੂਬੇ ਦੇ ਵਿੱਚ ਔਰ ਇਹ 10 ਸਾਲਾਂ ਦੇ ਬਰਾਬਰ ਹੈ। ਪੰਜਾਬੀਆਂ ਨੇ ਸਭ ਤੋਂ ਵੱਧ ਸੰਤਾਪ ਹੰਢਾਇਆ, ਕੇਂਦਰ ਨੇ ਧੌਂਸ ਜਮਾ ਕੇ ਰੱਖੀ, ਪੰਜਾਬੀਆਂ ਨੇ ਸਟਰਗਲ ਕੀਤੀ, ਭਾਵੇਂ ਅਕਾਲੀ ਦਲ ਦੇ ਬੈਨਰ ਥੱਲੇ ਜ਼ਿਆਦਾ ਸਟਰਗਲ ਕੀਤੀ ਜੀ, ਲੇਕਿਨ ਖੇਤਰੀ ਪਾਰਟੀ ਜਦੋਂ ਨਿੱਜ ਤੱਕ ਸਿਮਟ ਗਈ, ਹਾਂ, ਪਰਿਵਾਰ ਤੱਕ ਸੀਮਤ ਹੋ ਗਈ, ਉਹਨੇ ਆਪਣੇ ਖਾਸੇ ਤੇ ਗਵਾਉਣਾ ਹੀ ਸੀ। ਇਸ ਮਿੱਟੀ ਦੀ, ਇਸ ਖਿੱਤੇ ਦੀ ਇੱਜ਼ਤ ਆਬਰੂ ਵੀ ਗਵਾਈ ਜੀ। ਉਹ ਯੁੱਧ ਜਿਹੜੇ ਕਿਸੇ ਖੇਤਰੀ ਪਾਰਟੀ ਨੇ ਲੜਨੇ ਹੁੰਦੇ ਆ, ਉਹ ਯੁੱਧ ਲੜੇ ਨਾ ਗਏ, ਸਗੋਂ ਉਹਨਾਂ ਧਿਰਾਂ ਜਿਹੜੀਆਂ ਧਿਰਾਂ ਨੇ ਇਹਨਾਂ ਖਿੱਤਿਆਂ ਦਾ, ਇਹਨਾਂ ਸਟੇਟਾਂ ਦਾ ਘਾਣ ਕੀਤਾ, ਉਹਨਾਂ ਦੇ ਟੂਲ ਬਣ ਗਏ, ਅਸੀਂ ਉਹਨਾਂ ਦੇ ਸੰਦ ਬਣ ਗਏ, ਅਸੀਂ ਕੇਂਦਰ ਦੇ ਹੱਥ ਟੋਕੇ ਹੋ ਗਏ। ਅੱਜ ਦੇ ਦਿਨ ਦੇ ਵਿੱਚ ਜਦੋਂ ਕੋਈ ਰਾਸ਼ਟਰਪਤੀ ਰਾਜ ਦੀ ਗੱਲ ਕਰਦਾ ਹੈ ਤੇ ਉਹਦੀ ਰੂਹ ਨਹੀਂ ਕੰਬੇ। ਜੋ ਕੁਝ ਹੰਡਾਇਆ, ਜੋ ਕੁਝ ਭੁਗਤਿਆ, ਜੋ ਕੁਝ ਅਸੀਂ ਬੀਤੇ ਦੇ ਵਿੱਚ ਨਿਕਲ ਕੇ ਆਏ ਜਿਨ੍ਹਾਂ ਰਾਵਾਂ ਥਾਣੀ, ਕੀ ਕੋਈ ਮੁੜਨਾ ਚਾਹੁੰਦਾ? ਕੀ ਅਸੀਂ ਚਾਹੁੰਦੇ ਆ ਕਿ ਸਾਡਾ ਲੋਕਤੰਤਰੀ ਅਧਿਕਾਰ ਹੀ ਹੱਕ ਹੀ ਸਾਡੇ ਤੋਂ ਖੋਲੇ ਜਾਣ? ਤੁਸੀਂ ਕਹੋ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਦਿਓ,
ਤੁਸੀਂ ਕਹੋ ਮੁੜ ਕੇ ਚੋਣਾਂ ਕਰਾ ਦਿਓ, ਜੀ। ਤੁਸੀਂ ਕਿੱਦਾਂ ਕਹਿ ਸਕਦੇ ਹੋ ਰਾਸ਼ਟਰਪਤੀ ਰਾਜ? ਤੁਸੀਂ ਕਿੱਦਾਂ ਸਕਦੇ ਹੋ? ਤੁਸੀਂ ਕੀ ਖਿਆਲ ਪੇਸ਼ ਕਰ ਰਹੇ ਹੋ? ਪਹਿਲੀ ਗੱਲ ਹੈ ਕਿ ਜਿਹੜੀ ਪਾਰਟੀ 2017 ਚ ਵਿਰੋਧੀ ਧਿਰ ਚ ਬੈਠਣ ਦੇ ਯੋਗ ਵੀ ਨਾ ਰਹੀ ਹੋਵੇ, ਜਿਹੜੀ ਪਾਰਟੀ 2017 ਦੀ ਚੋਣ ਚ ਵਿਰੋਧੀ ਧਿਰ ਚ ਬੈਠਣ ਜੋਗੀ ਵੀ ਨਹੀਂ ਰਹੀ, ਪਹਿਲੀ ਵਾਰੀ ਇਤਿਹਾਸਕ 15 ਸੀਟਾਂ ਤੱਕ ਆ ਗਈ, ਔਰ ਉਹਦੇ ਕੋਲੋਂ ਤੁਸੀਂ ਆਸ ਕਰਦੇ ਹੋ ਕਿ ਉਹ ਸੱਤਾ ਪਲਟ ਦੇਵੇ। ਨੰਬਰ 2 ਦੇ ਉੱਤੇ ਤੁਸੀਂ ਗੱਲ ਕੀਤੀ ਹੈ ਕਿ ਯੁੱਗ ਬਦਲੇ, ਪੀੜ੍ਹੀਆਂ ਬਦਲੀਆਂ, ਔਰ ਜਿਹੜੀ ਇਸ ਵੇਲੇ ਪੀੜ੍ਹੀ ਬਾਦਲ ਦਲ ਦੇ ਉੱਤੇ ਕਾਬਜ ਹੈ, ਉਹਦੇ ਜਿਹੜੇ ਮੁਖੀ ਨੇ ਦਲ ਦੇ ਸਾਧ ਸੁਖਬੀਰ ਸਿੰਘ ਬਾਦਲ, ਇਹਨਾਂ ਦਾ ਸਿਆਸੀ ਜਨਮ ਜਿਹੜਾ 1996 ਤੋਂ ਸ਼ੁਰੂ ਹੋਣ ਡਿਆ। ਹੋਰ ਜਿਹੜੇ ਲੋਕਾਂ ਨੇ 1992 ਤੱਕ ਪੰਜਾਬ ਨੂੰ ਵੇਖਿਆ ਹੀ ਨਹੀਂ ਹੈ ਜੀ, ਇਹਦਾ ਦਰਦ ਹੀ ਨਹੀਂ ਮਹਿਸੂਸ ਕੀਤਾ, ਉਹਨਾਂ ਲਈ ਤੇ ਰਾਸ਼ਟਰਪਤੀ ਰਾਜ ਜਿਹੜਾ ਆ ਉਹ ਬਸ ਇੱਕ ਕਹਿਣ ਦੀ ਗੱਲ ਹੈ, ਜਦੋਂ ਮਰਜ਼ੀ ਕਹਿ ਲਵੋ। ਪਰ ਮੈਨੂੰ ਇਹ ਦੱਸੋ ਕਿ ਉਹ ਬਜ਼ੁਰਗ ਸਤਿਪ੍ਰਕਾਸ਼ ਸਿੰਘ ਬਾਦਲ ਜੀ, ਜਿਨ੍ਹਾਂ ਨੇ ਸੱਤਾ ਲਈ ਕਈ ਕੁਝ ਕੀਤਾ, ਜਿਨ੍ਹਾਂ ਨੇ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਹੋਣ ਦਾ ਰਿਕਾਰਡ ਆਪਣੇ ਨਾਲ ਕਰ ਲਿਆ, ਜੀ, ਭਾਵੇਂ ਮੁੰਡੇ ਨੂੰ ਵੀ ਨਹੀਂ ਬਣਾਇਆ ਤੇ ਆਪ ਆਪਣੇ ਆਪ ਨੂੰ ਅਖੀਰੀ ਟਰਮ ਤੱਕ ਲੈ ਕੇ ਆਏ, ਇਤਿਹਾਸ ਬਣਾ ਲਿਆ ਜੀ। ਅੰਕੜਿਆਂ ਦੀ ਖੇਡ ਦੇ ਵਿੱਚ ਉਹਨਾਂ ਸਭ ਤੋਂ ਵੱਧ ਵਾਰੀ ਮੁੱਖ ਮੰਤਰੀ ਪੰਜਾਬ ਹੋਣ ਦਾ ਲਕਬ ਲੈ ਲਿਆ। ਉਹਨਾਂ ਨੂੰ ਨਹੀਂ ਪਤਾ, ਚੰਗੇ ਭਲੇ ਮੈਂਟਲੀ ਅਲਰਟ ਨੇ, ਵਧੀਆ ਬੰਦੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਨਹੀਂ ਚਾਹੀਦਾ ਕਿ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਆਪਣੇ ਸਿਧਾਂਤਕ ਸਟੈਂਡ ਤੋਂ ਪਰੇ ਦੀਆਂ ਹਰਕਤਾਂ ਕਰ ਰਹੇ ਹਾਂ, ਤੁਹਾਨੂੰ ਲੱਗਦਾ ਕਿ ਵਾਕਈ ਉਹਨਾਂ ਕੋਲ ਪੁੱਛ ਕੇ ਸਾਰਾ ਕੁਝ ਕੀਤਾ ਜਾ ਰਿਹਾ? ਤੁਹਾਨੂੰ ਲੱਗਦਾ ਹੈ ਕਿ ਜੇਕਰ ਨਹੀਂ ਪੁੱਛ ਕੇ ਕੀਤਾ ਗਿਆ ਤਾਂ ਉਹ ਵਿਰੋਧ ਕਰਨਗੇ? ਮੈਂ ਕਿਹਾ ਜੀ, ਪਹਿਲੀ ਗੱਲ ਤੇ ਇਹ ਆ ਕਿ ਸਤਿਪ੍ਰਕਾਸ਼ ਸਿੰਘ ਬਾਦਲ ਬਾਰੇ ਇੱਕ ਬਹੁਤ ਗੱਲ ਜਿਹੜੀ ਆ ਉਹ ਮੰਨਣਯੋਗ ਆ, ਔਰ ਅਕਸਰ ਮੀਡੀਆ ਦੇ ਸਾਹਮਣੇ ਆ ਕਿ ਉਹਨਾਂ ਨੂੰ ਕਿਸੇ ਗੱਲ ਤੋਂ ਪੁੱਛ ਲਓ, ਕਹਿੰਦੇ ਕਾਕਾ ਜੀ ਮੈਨੂੰ ਤੇ ਪਤਾ ਨਹੀਂ। ਤੁਸੀਂ ਸੁਖਬੀਰ ਜੀ ਨਾਲ ਗੱਲ ਕਰ ਲਓ। ਉਹਨਾਂ ਦੀ ਇਹ ਜਿਹੜੀ ਅਣਜਾਣਤਾ ਆ, ਮੁੱਦਿਆਂ ਬਾਰੇ ਅਣਜਾਣਤਾ ਜਿਹੜੀ ਆ ਉਹ ਮਸ਼ਹੂਰ ਹੈ। ਔਰ ਇਹ ਜਿਹੜਾ ਬਿਆਨ ਆ ਰਿਹਾ, ਡਾਕਟਰ ਦਲਜੀਤ ਸਿੰਘ ਚੀਮਾ ਇੱਕ ਪੜ੍ਹੇ ਲਿਖੇ ਨੇ, ਹਾਂ ਸਿੱਖਿਆ ਮੰਤਰੀ ਰਹੇ ਨੇ ਪੰਜਾਬ ਦੇ। ਨਹੀਂ, ਡਾਕਟਰ ਦਲਜੀਤ ਸਿੰਘ ਚੀਮਾ ਨੂੰ ਇਤਿਹਾਸ ਦਾ ਪਤਾ ਹੈ। ਵੈਸੇ ਉਹ ਗੱਲ ਜਿਹੜੀ ਹੈ ਨਾ ਜੀ, ਐਵੇਂ ਹਲਕੇ ਪੱਧਰ ਤੇ ਗੱਲ ਕਰਨ ਵਾਲੇ ਬੰਦੇ ਨਹੀਂਗੇ, ਇਹ ਮੰਨਣਾ ਪਊ ਸਾਨੂੰ। ਭਾਵੇਂ ਜਿੰਨੇ ਮਰਜ਼ੀ ਅਸੀਂ ਕਿਸੇ ਨਾਲ ਵਿਰੋਧ ਰੱਖਦੇ ਹੋਈਏ, ਸਾਨੂੰ ਵਿਰੋਧ ਬੇਸ਼ੱਕ ਉਹ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਕਮਿਊਨਿਸਟ ਪਾਰਟੀਆਂ ਹੋਣ, ਵਿਅਕਤੀ ਜਿਹੜੇ ਵਿਸ਼ੇਸ਼ ਹੁੰਦੇ ਉਹਨਾਂ ਦੀ ਜਿਹੜੀ ਖੂਬਸੂਰਤੀ ਹੁੰਦੀ ਉਹਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ। ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਤਾ ਹੈ ਕਿ ਉਹ ਕੀ ਕਹਿ ਰਿਹਾ। ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਤਾ ਹੈ ਕਿ ਅਕਾਲੀ ਦਲ ਦਾ ਇਤਿਹਾਸ ਕੀ ਹੈ। ਡਾਕਟਰ ਦਲਜੀਤ ਸਿੰਘ ਨੂੰ ਪਤਾ ਹੈ ਕਿ ਰਾਸ਼ਟਰਪਤੀ ਰਾਜ ਦੇ ਅਰਥ ਕੀ ਹੈ ਔਰ ਪੰਜਾਬ ਦਾ ਸੰਤਾਪ ਕੀ ਹੈ। ਜੇ ਫਿਰ ਵੀ ਇਹ ਗੱਲ ਹੋ ਰਹੀ ਹੈ, ਇਹਦਾ ਮਤਲਬ ਹੈ ਇਹ ਗੱਲ ਬੜੀ ਸੋਚੀ ਸਮਝੀ ਹੈ ਕਿ ਇਸ ਮੌਕੇ ਤੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਪੁਰਾਣੇ ਅਕਾਲੀ ਨੇ, ਜਥੇਦਾਰ ਤੋਤਾ ਸਿੰਘ ਪੁਰਾਣੇ ਅਕਾਲੀ ਨੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਪੁਰਾਣੇ ਅਕਾਲੀ ਨੇ, ਕੀ ਉਹ ਇਹਤੇ ਕਿੰਤੂ ਕਰਨਗੇ? ਕੀ ਉਹ ਰਾਸ਼ਟਰਪਤੀ ਰਾਜ ਵਰਗੀ ਗੱਲ ਕਰਨ ਦੀ ਹਮਾਇਤ ਕਰਨਗੇ? ਗੱਲ ਇਹ ਆ ਕਿ ਪੰਜਾਬੀ, ਉਹ ਮੈਨੂੰ ਸਰਦਾਰ ਮਨੋਹਰ ਸਿੰਘ, ਡਾਕਟਰ ਮਨੋਹਰ ਸਿੰਘ ਗਿੱਲ ਦੀ ਗੱਲ ਬੜੀ ਵਧੀਆ ਯਾਦ ਆਉਂਦੀ। ਕਹਿੰਦੇ ਉਹ ਮੈਨੂੰ ਕਹਿੰਦੇ ਵੀ ਆਹ ਜੀ ਫੰਡ ਪਏ ਆ, ਕਹਿੰਦੇ ਮੈਂ ਕਿਹਾ ਗੱਲ ਸੁਣੋ, ਭਾਵੇਂ ਇਹ ਕਾਲੇ ਚੋਰ ਵਰਤ ਲੈਣ, ਅਸੀਂ ਦੇਣੇ ਪੰਜਾਬ ਨੂੰ ਆ, ਘੱਟੋ ਘੱਟ ਚੋਰ ਵੀ ਪੰਜਾਬ ਦੇ ਹੋਣਗੇ। ਕਹਿੰਦੇ ਜੀ ਮੈਂ ਆਪਣੇ ਹਿੱਸੇ ਦੇ ਪੈਸੇ ਪੰਜਾਬ ਨੂੰ ਦੇਣੇ ਆ, ਜੇ ਕਾਲੇ ਚੋਰ ਵੀ ਵਰਤ ਲੈਣਗੇ ਤੇ ਘੱਟੋ ਘੱਟ ਉਹ ਚੋਰ ਵੀ ਤਾਂ ਪੰਜਾਬ ਦੇ ਹੋਣਗੇ। ਸਵਾਲ ਇਹ ਆ ਸਰਦਾਰ ਸਾਹਿਬ, ਜਦੋਂ ਤੁਸੀਂ ਕਿਸੇ ਖਿੱਤੇ ਲਈ ਓਨੈਸਟ ਹੁੰਦੇ ਹੋ, ਉੱਥੇ ਦੀ ਵਫਾ ਰੱਖਦੇ ਹੋ, ਤੁਹਾਡੇ ਦਿਲ 'ਚ ਦਰਦ ਹੁੰਦਾ ਹੈ, ਤੇ ਫਿਰ ਤੁਹਾਨੂੰ ਇਹ ਸਮਝਣ 'ਚ ਦੇਰੀ ਨਹੀਂ ਲੱਗਦੀ ਕਿ ਅਸੀਂ ਇਤਿਹਾਸਕ ਨਜ਼ਰੀਏ ਤੋਂ ਕਿੱਥੇ ਕਿੱਥੇ ਉਕਾਈਆਂ ਕੀਤੀਆਂ, ਕੀ ਪ੍ਰਾਪਤੀਆਂ ਕੀਤੀਆਂ, ਕਿੱਥੇ ਅਸੀਂ ਸਿੱਖਣਾ ਹੈ। ਸੋ ਜੇਕਰ ਅਸੀਂ ਅੰਨੇ ਬੋਲੇ ਜੇ ਹੋ ਕੇ ਕੁਝ ਕਵਾਂਗੇ, ਜੇਕਰ ਅਸੀਂ ਅੱਖਾਂ ਮੀਟ ਲਾਂਗੇ, ਸਾਨੂੰ ਕੌਣ ਸਿਆਣਾ ਕਹੂਗਾ? ਰਾਸ਼ਟਰਪਤੀ ਰਾਜ ਦੀ ਗੱਲ ਕਰਨ ਵਾਲੇ ਜੇ ਸਦਾ ਇਹਦੇ ਖਿਲਾਫ ਜੂਝਦੇ ਰਹੇ ਹੋਣ ਤੇ ਇਸ ਵੇਲੇ ਉਹਨਾਂ ਦੀ ਮਜਬੂਰੀ ਸਮਝਣ ਲਈ ਅੱਖਾਂ ਖੋਲਣੀਆਂ ਹੋਣਗੀਆਂ ਕਿ ਕੈਸੇ ਹਾਲਾਤ ਹੋਣਗੇ ਜਦੋਂ ਉਹਨਾਂ ਨੂੰ ਆਪਣੇ ਪੁਰਖਿਆਂ ਦੀਆਂ ਕੀਤੀਆਂ ਕੁਰਬਾਨੀਆਂ ਯਾਦ ਨਾ ਰਹੀਆਂ। ਰੰਧਾਵਾ ਜੀ ਕਹਿੰਦੇ ਨੇ, ਤੁਹਾਨੂੰ ਯਾਦ ਆ ਕੁਝ ਦਿਨ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀ ਸਰ ਸਿਕੰਦਰ ਸਿੰਘ ਮਲੂਕਾ ਹੋਰਾਂ ਉੱਪਰ ਜੀ। ਸਰ ਸਿਕੰਦਰ ਸਿੰਘ ਮਲੂਕਾ ਨੇ ਇੱਕ ਬਿਆਨ ਦਿੱਤਾ ਸੀ, ਵੀਡੀਓ ਵਾਇਰਲ ਹੋਈ ਸੀ, ਜਿੱਥੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਡੀਜ਼ਲ ਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਦੇ ਉੱਤੇ ਗੱਲ ਕੀਤੀ, ਔਰ ਉਹਨਾਂ ਨੇ ਬਕਾਇਦਾ ਸਾਰੀਆਂ ਸਿਆਸੀ ਧਿਰਾਂ, ਜਿਹਦੇ 'ਚ ਭਾਜਪਾ ਵੀ ਸ਼ਾਮਲ ਆ, ਉਹਨਾਂ ਨੂੰ ਵੀ ਕਿਹਾ ਸੀ ਕਿ ਸਾਰੇ ਇਕੱਠੇ ਹੋ ਜਾਓ ਜੀ। ਅਸੀਂ ਉਸ ਦਿਨ ਵੀ ਗੱਲ ਕੀਤੀ ਸੀ ਕਿ
ਅੱਜ ਸ਼ਾਇਦ ਮਲੂਕਾ ਇਹ ਭੁੱਲ ਗਏ ਨੇ ਜੀ ਕਿ ਜਿਹੜੀਆਂ ਇਹ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਵੱਧ ਰਹੀਆਂ ਨੇ ਜੀ ਇਹਨਾਂ ਦੇ ਲਈ ਕੇਂਦਰ ਦੀ ਸਿੱਧੀ ਝੰਡੀ ਹੁੰਦੀ ਹੈ। ਬਿਲਕੁਲ। ਤੁਸੀਂ ਉਸ ਦਿਨ ਵੀ ਕਿਹਾ ਸੀ ਕਿ ਕੀ ਸਾਹਿਬ ਮਲੂਕਾ ਦੇ ਇਸ ਬਿਆਨ ਦੀ ਕੋਈ ਅਕਾਲੀ ਹਾਈਕਮਾਨ ਤਰਦੀਦ ਕਰੇਗੀ? ਜੀ ਉਹ ਤਰਦੀਦ ਹੋਈ ਜੀ ਹਰਗਿਜ਼ ਨਹੀਂ। ਅੱਜ ਦੋ ਬਿਆਨ ਤੁਹਾਡੇ ਸਾਹਮਣੇ ਜਿਹੜੇ ਆ ਰਹੇ ਨੇ। ਜੀ ਇੱਕ ਤੇ ਬਿਆਨ ਜਿਹੜਾ ਡਾਕਟਰ ਦਲਜੀਤ ਸਿੰਘ ਚੀਮਾ ਦੀ ਤੁਸੀਂ ਗੱਲ ਕਰ ਰਹੇ ਹੋ। ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਰਾਸ਼ਟਰਪਤੀ ਰਾਜ ਦੀ ਸੰਭਾਵਨਾ ਜਤਾ ਰਹੇ ਨੇ ਜਾਂ ਗੱਲ ਕਰ ਰਹੇ ਨੇ, ਉਹਦੇ 'ਚ ਬੜੀ ਗੱਲ ਕਹਿ ਰਹੇ ਨੇ ਕਿ ਕਾਂਗਰਸ ਤਾਂ ਪੰਚਾਇਤੀ ਰਾਜ ਦੀ ਹਮਾਇਤੀ ਰਹੀ। ਮੈਂ ਜੇ ਤੁਸੀਂ ਮੈਨੂੰ ਆਗਿਆ ਦਿਓ ਜਿਓ ਤੇ ਮੈਂ ਡਾਕਟਰ ਦਲਜੀਤ ਸਿੰਘ ਚੀਮਾ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੋਂ ਜਿਹੜੀ ਉਹਨਾਂ ਦੀ ਵੀਡੀਓ ਵਾ ਉਹਦੇ ਉੱਪਰ ਲਿਖੇ ਲਫ਼ਜ਼ ਪੜ੍ਹ ਕੇ ਸੁਣਾ ਦਿੰਦਾ ਜਿਓ। ਉਹ ਲਿਖਦੇ ਆ ਕਿ ਮੁੱਦਾ ਕੋਈ ਵੀ ਹੋਵੇ, ਪੰਜਾਬ ਦੇ ਮੁੱਖ ਮੰਤਰੀ ਆਪਣੀ ਮਨਮਰਜ਼ੀ ਮੁਤਾਬਕ ਫੈਸਲੇ ਕਰ ਰਹੇ ਹਨ ਜੀ। ਮੰਤਰੀਆਂ ਦੇ ਆਪਸ ਵਿੱਚ ਵਿਚਾਰ ਤੱਕ ਨਹੀਂ ਮਿਲ ਰਹੇ। ਉਹ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ 'ਚ ਕੰਮ ਕਰ ਰਹੀ ਹੈ, ਇੰਜ ਪ੍ਰਤੀਤ ਹੁੰਦਾ ਹੈ ਕਿ ਸੂਬੇ ਦੀ ਮਾੜੀ ਦਸ਼ਾ ਨੂੰ ਦੇਖਦੇ ਹੋਏ ਜਲਦ ਰਾਸ਼ਟਰਪਤੀ ਰਾਜ ਲਾਗੂ ਹੋਣ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ। ਸਵਾਲ ਇਹ ਨਹੀਂਗਾ ਕਿ ਕੈਪਟਨ ਅਮਰਿੰਦਰ ਸਿੰਘ, ਦੇਖੋ ਗੱਲ ਇਹ ਆ, ਕੈਪਟਨ ਅਮਰਿੰਦਰ ਸਿੰਘ ਚੁਣੇ ਹੋਏ ਮੁੱਖ ਮੰਤਰੀ ਹੈ, ਵਿਧਾਇਕਾਂ ਵੱਲੋਂ ਚੁਣੇ ਹੋਏ ਜੀ। ਜੇਕਰ ਉਹ ਕੰਮ ਠੀਕ ਨਹੀਂ ਕਰ ਰਹੇ, ਉਹਨਾਂ ਨੂੰ ਉਹਨਾਂ ਦੇ ਵਿਧਾਇਕ ਲਾ ਸਕਦੇ ਆ। ਬਿਲਕੁਲ। ਉਹਨਾਂ ਦੀ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਲਾ ਸਕਦੀ ਹੈ ਜੀ। ਬਾਕੀ ਜਿੰਨੇ ਵੀ ਲੋਕ 70 ਦੇ ਕਰੀਬ ਜਾਂ ਵੱਧ 70 ਤੋਂ ਉਹਨਾਂ ਦੇ ਵਿਧਾਇਕ ਕੋਈ ਵੀ ਉਹਨਾਂ ਚੋਂ ਬਣ ਸਕਦਾ ਹੈ। ਇਹ ਗੱਲ ਤਾਂ ਮੰਨੀ ਜਾ ਸਕਦੀ ਹੈ ਕਿ ਲੋਕਤੰਤਰ ਦੇ ਵਿੱਚ ਜਿਹੜਾ ਵੀ ਕਿਸੇ ਸੱਤਾਧਾਰੀ ਧਿਰ ਦਾ ਵਿਧਾਇਕ ਦਲ ਆ, ਉਹ ਆਪਣਾ ਆਗੂ ਚੁਣਨ ਦੀ ਸਮਰੱਥਾ ਰੱਖਦਾ ਤੇ ਉਹਨਾਂ ਨੂੰ ਹੱਕ ਨੇ ਕਿ ਉਹ ਆਪਣਾ ਅਧਿਕਾਰ ਵਰਤਣ, ਉਹ ਕਿਸੇ ਨੂੰ ਲਾ ਦੇਣ ਜਾਂ ਚੁਣ ਲੈਣ। ਲੇਕਿਨ ਤੁਸੀਂ ਕਿਸੇ ਚੁਣੀ ਹੋਈ ਵਿਧਾਨ ਸਭਾ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਕਰੋ, ਜਾਂ ਤੁਸੀਂ ਕਿਸੇ ਰਾਜ ਕਰਦੀ ਧਿਰ ਨੂੰ ਪਾਸੇ ਕਰਨ ਲਈ ਕੇਂਦਰ ਦੇ ਹੱਥ 'ਚ ਫੜਾਉਣਾ ਚਾਹੋ ਕਿਉਂਕਿ ਤੁਹਾਡੇ ਕੋਲ ਸੀਟਾਂ 15 ਬਚੀਆਂ, ਮੇਰੇ ਖਿਆਲ ਇਹ ਬਹੁਤ ਕਾਹਲੀ ਹੈ। ਇਹ ਉਸ ਆਪਣੇ ਪੈਂਤੜਿਆਂ ਤੋਂ ਪਿਛਾਂਹ ਜਾਣਾ ਹੈ ਜਿਹੜੇ ਪੈਂਤੜਿਆਂ ਲਈ ਇਹ ਦਲ ਜਾਣਿਆ ਜਾਂਦਾ। ਜਿਹੜਾ ਮੁੱਦਾ ਡਾਕਟਰ ਚੀਮਾ ਇਹਦਾ ਆਧਾਰ ਬਣਾ ਰਹੇ ਨੇ ਰਾਸ਼ਟਰਪਤੀ ਰਾਜ ਦਾ, ਉਹ ਇਹੋ ਹੀ ਕਹਿ ਰਹੇ ਨੇ ਕਿ ਦੇਖੋ ਪਹਿਲਾਂ ਇਹਨਾਂ ਦੀ ਮੁੱਖ ਸਕੱਤਰ ਦੀ ਤੇ ਮੰਤਰੀਆਂ ਦੇ ਖੜ ਗਈ ਆਪਸ ਵਿੱਚ ਜੀ, ਵਿਧਾਇਕ ਨਾਰਾਜ਼ ਨੇ। ਹੁਣ ਕਿ ਪੰਜਾਬ ਨੇ ਕੀ ਕੀਤਾ ਕਿ ਜਿਹੜੇ ਮੇਅਰ ਨੇ, ਨਗਰ ਨਿਗਮ ਦੇ ਮੇਅਰ ਨੇ, ਉਹਨਾਂ ਦੇ ਕੋਲ ਇੱਕ ਤਾਕਤ ਸੀ। ਉਹ ਤਾਕਤ ਇਹ ਸੀ ਕਿ ਜਿਹੜੇ ਕਮਿਸ਼ਨਰ ਨਗਰ ਨਿਗਮ ਹੁੰਦੇ ਨੇ, ਉਹਨਾਂ ਦੀ ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ ACR ਲਿਖਣ ਦੇ ਅਧਿਕਾਰ ਜਿਹੜੇ ਸੀ ਉਹ ਮੇਅਰ ਕੋਲ ਰਹਿੰਦੇ ਸੀ ਜੀ। ਉਹ ਅਧਿਕਾਰ ਜਿਹੜੇ ਨੇ 2 ਜੂਨ 2020 ਨੂੰ ਖਤਮ ਕਰ ਦਿੱਤੇ ਗਏ ਨੇ। ਹੁਣ ਕਮਿਸ਼ਨਰ ਨਗਰ ਨਿਗਮ ਦੀ ACR ਲਿਖਣ ਦੇ ਅਧਿਕਾਰ ਜਿਹੜੇ ਨੇ ਜੀ, ਉਹ ਡਾਇਰੈਕਟਰ ਸਥਾਨਕ ਸਰਕਾਰਾਂ ਕੋਲ ਨੇ। ਉਹਦੇ ਤੋਂ ਬਾਅਦ ਸਥਾਨਕ ਸਰਕਾਰਾਂ ਤੋਂ ਬਾਅਦ ਇਹ ਮੁੱਦਾ ਜਾਏਗਾ ਮੰਤਰੀ ਕੋਲ, ਸੰਬੰਧਿਤ ਮੰਤਰੀ ਕੋਲ, ਔਰ ਉਸ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਨੇ ਉਹ ਆਪਣਾ ਅਪਰੂਵਲ ਦੇਣਗੇ। ਸਵਾਲ ਸਿਰਫ ਇੰਨਾ ਕੁ ਕਹਿ ਰਹੇ ਨੇ, ਜਾਂ ਸਵਾਲ ਇਹ ਕਹਿ ਰਹੇ ਨੇ ਕਿ ਮੰਤਰੀਆਂ ਦੀ ਤੇ ਮੁੱਖ ਸਕੱਤਰ ਦੀ ਆਪਸ ਵਿੱਚ ਹੀ ਨਹੀਂ ਬਣਦੀ ਪਈ। ਲੇਕਿਨ ਤੁਹਾਨੂੰ ਮੈਂ ਇੱਕ ਸਵਾਲ ਤੁਹਾਨੂੰ ਕਰਨ ਲੱਗਾ, ਦੱਸੋ। ਕਿਰਪਾ ਕਰਕੇ ਇਹ ਸਾਫ਼ ਕਰ ਦਿਓ ਕਿ ਜਦੋਂ ਲੁਧਿਆਣੇ ਦੇ ਵਿੱਚ ਬੈਨੀਪਾਲ, ਤਹਿਸੀਲਦਾਰ ਬੈਨੀਪਾਲ ਦੀ ਮਾਰਕੁੱਟ ਹੋਈ ਸੀ, ਉਸ ਵੇਲੇ ਕਿਹਦੀ ਸਰਕਾਰ ਸੀ? ਬਾਦਲਾਂ ਦੀ। ਉਸ ਵੇਲੇ ਕੀ ਉਸ ਵੇਲੇ ਇਹ ਕਿਸੇ ਸਰਕਾਰੀ ਅਫਸਰ ਦਾ ਸਤਿਕਾਰ ਸੀ ਜੀ? ਕੀ ਇਹ ਸਰਕਾਰੀ ਅਫਸਰ ਦਾ ਸਤਿਕਾਰ ਸੀ? ਨਹੀਂ। ਦੇਖੋ ਗੱਲ ਇਹ ਹੈ ਕਿ ਨਿਯਮ ਸਾਡੇ ਲਈ ਵੱਖਰੇ, ਵਿਰੋਧੀਆਂ ਲਈ ਵੱਖਰੇ, ਆਮ ਲੋਕਾਂ ਲਈ ਵੱਖਰੇ। ਬਿਲਕੁਲ। ਹੁਣ ਸਵਾਲ ਤੇ ਫਿਰ ਉਹੀ ਆ ਗਿਆ ਨਾ ਕਿ ਤੁਸੀਂ ਗੱਲ ਕੀਤੀ ਸੀ ਬਲਵਿੰਦਰ ਸਿੰਘ ਭੂੰਦੜ ਹੋਰਾਂ ਦੀ। ਕੁਝ ਸਮਾਂ ਪਹਿਲਾਂ ਭੂੰਦੜ ਹੋਰਾਂ ਨੇ ਵੀ ਇੱਕ ਸੁਝਾਅ ਦਿੱਤਾ ਕਪਤਾਨ ਸਾਹਿਬ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਕਿ ਤੁਸੀਂ ਨਾ ਜਿਹੜਾ ਬਹੁਤਾ ਸੈਨਾ ਦੇ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ। ਕਿਹਾ ਉਹਨਾਂ, ਸੈਨਾ ਆਪਣੇ ਫੈਸਲੇ ਆਪ ਕਰਦੀ ਹੈ ਜੀ, ਠੀਕ ਹੈ, ਸੁਝਾਅ ਦੇ ਦਿੱਤਾ। ਔਰ ਉਹਨਾਂ ਦੀ ਭਾਸ਼ਾ ਵੀ ਬੜੀ ਸਭਿਅਕ ਹੈ, ਮੰਨ ਲਿਆ, ਦੇਣਾ ਬਣਦਾ ਵੀ ਹੈ ਜੀ। ਲੇਕਿਨ ਸਵਾਲ ਤੇ ਫਿਰ ਸਿਰਫ ਇਹ ਆ ਕਿ ਸਾਰੇ ਫੈਸਲੇ, ਸਾਰੇ ਨਿਯਮ ਜਿਹੜੀ ਸੱਤਾਧਾਰੀ ਧਿਰ ਹੋਣੇ ਆ ਉਹਦੇ ਉੱਤੇ ਲਾਗੂ ਹੁੰਦੇ, ਤੁਹਾਡੇ ਉੱਤੇ ਕੋਈ ਲਾਗੂ ਨਹੀਂ ਸੀ ਹੁੰਦਾ। ਨਹੀਂ ਸਰਦਾਰ ਸਾਹਿਬ, ਉਹ ਭੁੰਦੜ ਸਾਹਿਬ ਦਾ ਲੋਕਤੰਤਰਿਕ ਰਾਈਟ ਆ ਕਿ ਉਹ ਆਪਣੀ ਪਾਰਟੀ ਦੇ ਵੱਡੇ ਲੀਡਰ ਆ, ਉਹ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਬਿਆਨ ਕਰਨ। ਪਹਿਲੀ ਗੱਲ ਤੇ ਕਿ ਕੈਪਟਨ ਅਮਰਿੰਦਰ ਸਿੰਘ
ਕੋਈ ਜਦੋਂ ਵੀ ਫੌਜ ਨਾਲ ਸੰਬੰਧਿਤ ਰਹੇ ਨੇ, ਜਦੋਂ ਕੋਈ ਇਹੋ ਜਿਹਾ ਮਸਲਾ ਆਉਂਦਾ ਅੰਤਰਰਾਸ਼ਟਰੀ, ਉਹ ਉੱਤੇ ਬਿਆਨ ਦਿੰਦੇ, ਹਾਲਾਂਕਿ ਉਹ ਬਿਆਨ ਬੇਲੋੜੇ ਆ। ਦੇਖੋ ਜੀ, ਪੰਜਾਬ ਦਾ ਕੋਈ ਭਲਾ ਨਹੀਂ, ਉਹ ਆਪਣੀ ਮਹਾਰਤ ਸ਼ੋਅ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਵਿੱਚ ਜਾ ਵੜਦੇ ਆ, ਲੋੜ ਹੁੰਦੀ ਨਹੀਂ। ਇਹ ਗੱਲ ਠੀਕ ਹੈ ਕਿ ਸਾਡੇ ਪ੍ਰਦੇਸ਼ ਦੇ ਮਸਲੇ ਬੜੇ, ਸਟੇਟ ਦੇ ਮਸਲੇ ਬੜੇ, ਸਾਨੂੰ ਅੰਤਰਰਾਸ਼ਟਰੀ ਮਾਮਲਿਆਂ 'ਚ ਟੰਗ ਅੜਾ ਕੇ ਹਾਸਲ ਕੁਝ ਨਹੀਂ, ਨਾ ਸਾਡੇ ਕਿਸੇ ਸਟੇਟ ਦੇ ਮੁੱਖ ਮੰਤਰੀ ਦੀ ਬਹੁਤੀ ਵਕਤ ਆ ਉਹਨਾਂ ਮਸਲਿਆਂ 'ਚ, ਕੌਣ ਕਿਹੜਾ ਸਲਾਹ ਪੁੱਛਣ ਆਉਂਦਾ। ਸੋ ਨੀਤੀ ਤਾਂ ਉੱਥੇ ਜਿਹੜੇ ਬੈਠੇ ਲੋਕ ਉਹਨਾਂ ਬਣਾਉਣੀ ਆ, ਕਿੱਦਾਂ ਬਣਾਉਣੀ ਆ, ਇਹਨਾਂ ਦੇ ਸਗੋਂ ਭਾਈਵਾਲ ਆ, ਇਹਨਾਂ ਦੀ ਤਾਂ ਗੱਲ ਸੁਣ ਸਕਦੇ, ਇਹਨਾਂ ਦੀ ਤੇ ਗੱਲ ਸੁਣਨੀ ਚਾਹੀਦੀ। ਲੇਕਿਨ ਜਿਹੜੀ ਗੱਲ ਮੁੱਖ ਮੰਤਰੀ ਤੇ ਵਿਰੋਧੀ ਧਿਰ ਜਾਂ ਹੋਰ ਛੋਟੀ ਵਿਰੋਧੀ ਧਿਰ ਉਹਨਾਂ ਨੇ ਆਪਸ ਵਿੱਚ ਬਿਆਨਬਾਜ਼ੀ ਕਰਨੀ, ਇਹਨਾਂ ਦਾ ਰਾਈਟ ਹੈ, ਲੇਕਿਨ ਜਿਹੜੀ ਬਿਆਨਬਾਜ਼ੀ ਸਟੇਟ ਦੇ ਹਿੱਤਾਂ ਨੂੰ ਨੁਕਸਾਨ ਕਰਦੀ ਹੋਵੇ, ਜਿਹੜੀ ਬਿਆਨਬਾਜ਼ੀ ਤੁਹਾਨੂੰ ਆਪ ਨੂੰ ਵੀ ਡੂੰਘੇ ਖੂਚ ਖੜਦੀ ਹੋਵੇ, ਪੁੱਛਣਾ ਤੇ ਇਹ ਬਣਦਾ ਕਿ ਜੇ ਕਿਤੇ ਰਾਸ਼ਟਰਪਤੀ ਰਾਜ ਵਾਕਈ ਇਹਨਾਂ ਨੂੰ ਕਨਸੋ ਮਿਲ ਗਈ ਆ ਵੀ ਲਾਗੂ ਹੋ ਰਿਹਾ, ਤੇ ਫਿਰ ਕੀ ਬਾਦਲ ਅਕਾਲੀ ਦਲ ਉਸ ਦਾ ਸਵਾਗਤ ਕਰੇਗਾ? ਸਵਾਲ ਤਾਂ ਇਹ ਪੁੱਛਣਾ ਬਣਦਾ। ਪੁੱਛੋ, ਕਿਉਂਕਿ ਉਹਦਾ ਕਾਰਨ ਹੈ ਕਿ ਜਿਹੜਾ ਅਕਾਲੀ ਦਲ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ 1982 ਦਾ ਧਰਮ ਯੁੱਧ ਮੋਰਚਾ ਲੜਦਾ ਜੀ, ਔਰ ਉਹਦੇ ਤੋਂ ਬਾਅਦ ਜਿਹੜੀ ਇੱਕ ਸਿੱਖ ਨਸਲਕੁਸ਼ੀ ਤੇ ਪੰਜਾਬ ਦੀ ਆਰਥਿਕਤਾ ਜਿਹੜੀ ਗਰਕਣ ਤੱਕ ਦਾ ਸਫ਼ਰ ਹੁੰਦਾ ਆ ਜੀ, ਉਹਦੇ ਲਈ ਕੌਣ ਦੋਸ਼ੀ ਹੈ? ਕਿ ਉਹਦੇ ਤੋਂ ਬਾਅਦ ਕਦੇ ਕਿਸੇ ਨੂੰ ਖੁਦ ਮੁਖਤਿਆਰੀ ਯਾਦ ਆਈ, ਸੂਬਿਆਂ ਦੇ ਵੱਧ ਅਧਿਕਾਰ ਯਾਦ ਆਈ? ਔਰ ਤੁਹਾਨੂੰ ਯਾਦ ਹੈ ਕਿ ਜਦੋਂ ਪਿਛਲੇ ਸਾਲ ਅਗਸਤ ਦੇ ਵਿੱਚ ਕਸ਼ਮੀਰ ਦੇ ਮਾਮਲੇ ਵਿੱਚ ਧਾਰਾ 370 ਖਤਮ ਕੀਤੀ ਗਈ, ਤੇ ਉਦੋਂ ਇਸੇ ਅਕਾਲੀ ਦਲ ਨੇ ਉਸ ਖੁਦ ਮੁਖਤਿਆਰੀ ਖਤਮ ਕਰਨ ਨੂੰ ਹਮਾਇਤ ਦਿੱਤੀ। ਦੂਰ ਕੀ ਜਾਣਾ ਸਰ, ਐਸੇ ਜੂਨ ਮਹੀਨੇ 'ਚ ਆਰਡੀਨੈਂਸ ਆਏ ਨੇ ਕਿਸਾਨੀ ਦੇ ਖਿਲਾਫ ਨੇ, ਅਕਾਲੀ ਦਲ ਉਹਦੇ ਨਾਲ ਹੈ, ਆਪਾਂ ਨਾਲ। ਲੇਕਿਨ ਅਕਾਲੀ ਦਲ ਜਿਹੜੇ ਰੋਸ ਪ੍ਰਗਟ ਕਰ ਰਿਹਾ ਉਹ ਪੰਜਾਬ ਦੇ ਸਟੇਟ ਦੇ ਖਿਲਾਫ ਕਰ ਰਿਹਾ, ਕੇਂਦਰ ਦੇ ਖਿਲਾਫ ਨਹੀਂ। ਸਰਦਾਰ ਸਾਹਿਬ, ਮੁਸ਼ਕਲ ਪਤਾ ਕੀ ਹੈ, ਜਦੋਂ ਸਿਰਫ ਏਜੰਡਾ ਸੱਤਾ ਹੋਵੇ, ਉਹ ਕਿੱਦਾਂ ਵੀ ਪ੍ਰਾਪਤ ਕਰਨੀ ਹੈ, ਫਿਰ ਅਸੀਂ ਉਲਟ ਪੁਲਟ ਫੈਸਲੇ ਲੈ ਲੈਂਦੇ ਆ, ਭਾਵੇਂ ਦੂਰ ਅੰਦੇਸ਼ੀ ਨਾਲ ਦੇਖਿਆ ਉਹਨਾਂ ਦੇ ਜਿਹੜੇ ਨਤੀਜੇ ਘਾਤਕ ਹੋਣ ਵਾਲੇ ਹੁੰਦੇ ਆ। ਲੋਕ ਮਾਨਸਿਕਤਾ ਭਾਵੇਂ ਬੜੀ ਭੁਲੱਕੜ ਆ, ਲੋਕ ਭਾਵੇਂ ਛੇਤੀ ਭੁੱਲ ਜਾਂਦੇ ਆ, ਲੇਕਿਨ ਅਕਾਲੀ ਦਲ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਕਿ 2015 ਤੋਂ ਹੁਣ ਤੱਕ ਲੋਕ ਭੁੱਲੇ ਨਹੀਂ, ਅਜੇ ਬੇਅਦਬੀ ਵਰਗੇ ਮਾਮਲੇ ਉਦਾਂ ਹੀ ਖੜੇ ਆ। ਹੁਣ ਇਹ ਸਵਾਲ ਦੇਖਣਾ ਕਿ ਕੀ ਤੁਸੀਂ ਅਜੇ ਦਹਾਕਾ ਪਹਿਲਾਂ ਵਾਪਰੀਆਂ ਘਟਨਾਵਾਂ, ਆ 92 ਕਿੰਨੀ ਕੁ ਦੂਰ ਆ, ਅਸੀਂ ਉਸ ਕਾਲੀ ਦੌਰ ਚੋਂ ਨਿਕਲੇ ਆ, ਔਰ ਉਹਦੇ ਵਿੱਚ ਜਿੰਨੀ ਵਾਰੀ ਰਾਸ਼ਟਰਪਤੀ ਰਾਜ ਐਕਸਟੈਂਡ ਕੀਤਾ ਗਿਆ, ਜਦੋਂ ਖਬਰ ਆਉਂਦੀ ਹੁੰਦੀ ਸੀ ਨਾ, ਤੇ ਲੋਕਾਂ ਦਾ ਰੁੱਗ ਭਰਿਆ ਜਾਂਦਾ ਸੀ, ਸੀਨੇ ਦਾ ਸਾਹ ਸੁੱਟਿਆ ਜਾਂਦਾ ਸੀ। ਔਰ ਇਹ ਅਕਾਲੀ ਦਲ ਇਸੇ ਹੀ ਗੱਲ ਦੇ ਉੱਤੇ ਸੱਤਾ ਚ ਆਉਂਦਾ ਹੈ ਕਿ ਅਸੀਂ ਸਟੇਟ ਦੇ ਲਈ ਖੜੇ ਹਾਂ, ਅਸੀਂ ਇੱਥੋਂ ਦੇ ਲੋਕਾਂ ਦੇ ਅਸਲ ਪੈਰੋਕਾਰ ਹਾਂ। ਸਵਾਲ ਤਾਂ ਇਹ ਹੈ ਕਿ ਜਦੋਂ ਤੁਸੀਂ ਕੁਝ ਕਹਿਣ ਲੱਗਦੇ ਹੋ, ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਤੁਹਾਡੇ ਇਤਿਹਾਸ ਦੇ ਵਿੱਚ ਉਹ ਸਭ ਕੁਝ ਪਿਆ ਜਿਹਦੇ ਤੁਸੀਂ ਹੁਣ ਖਿਲਾਫ ਭੁਗਤ ਰਹੇ ਹੋ। ਇਹ ਖਿਲਾਫ ਭੁਗਤਣ ਵਾਲੀ ਅਪਰੋਚ ਸਤਹੀ ਲੈਵਲ ਤੇ ਬਣੀ ਆ ਜਾਂ ਕਿਤੇ ਡੀਪ ਰੂਟ ਚੋਂ ਆ ਰਹੀ ਆ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੁਣ ਪੈਂਤੜੇ ਬਦਲ ਲੈਣੇ ਆ, ਤੁਸੀਂ ਆਪਣੀ ਜਿਹੜੀ ਮੌਲਿਕ ਵਿਚਾਰਧਾਰਾ ਹੈ, ਬੁਨਿਆਦੀ ਵਿਚਾਰਧਾਰਾ, ਉਹਦੇ ਵੱਲ ਬਿਲਕੁਲ ਪਿੱਠ ਕਰਨੀ ਹੈ, ਜਾਂ ਤਾਂ ਕਲੀਅਰ ਕਰ ਦਿਓ ਕਿ ਅਸੀਂ ਬੜੇ ਸੋਚ ਸਮਝ ਕੇ ਕਰ ਰਹੇ ਹਾਂ, ਇਹ ਸਾਡੀ ਸਿਧਾਂਤਕ ਰਣਨੀਤੀ ਦਾ ਹਿੱਸਾ ਹੈ, ਅਸੀਂ ਇੰਜ ਹੀ ਚੱਲ ਰਹੇ ਹਾਂ, ਜੋ ਅਤੀਤ 'ਚ ਹੁੰਦਾ ਰਿਹਾ, ਬੀਤੇ 'ਚ ਹੋਇਆ, ਸਭ ਗਲਤ ਆ, ਸਾਡੇ ਪੁਰਖੇ ਗਲਤ ਸੀ, ਉਹ ਐਵੇਂ ਫालतू ਲੜਦੇ ਰਹੇ, ਔਰ ਜਿੰਨੇ ਵੀ ਸੰਘਰਸ਼ ਕੀਤੇ, ਜਿੰਨੇ ਮੋਰਚੇ ਲਾਏ, ਸਭ ਗਲਤ ਸੀ, ਅਸੀਂ ਐਸੇ ਲਈ ਤੇ ਚੱਲਣਾ ਹੈ, ਔਰ ਇਹੀ ਸਾਡਾ ਤੌਰ ਤਰੀਕਾ ਹੈ। ਇੱਕ ਅਕਸਰ ਜ਼ਿਕਰ ਹੁੰਦਾ ਹੈ ਕਿ ਕਿਸੇ ਨੇ ਕਿਹਾ ਨਾਲ ਦੇ ਸਾਥੀ ਨੂੰ ਕਿ ਸੂਰਮਾ ਸਿੰਘ ਜੀ ਸੋ ਜਾਈਏ। ਸੂਰਮਾ ਸਿੰਘ ਕਹਿੰਦੇ ਨੇ ਜਿਹੜੇ ਨੇਤਰ ਅੱਖਾਂ ਦੀ ਰੋਸ਼ਨੀ ਤੋਂ ਵੀ ਹੋਣੇ ਨੇ ਜੀ, ਉਹਨਾਂ ਨੂੰ ਕਿਹਾ ਕਿ ਸੂਰਮਾ ਸਿੰਘ ਜੀ ਸੋ ਜਾਈਏ। ਸੂਰਮਾ ਸਿੰਘ ਨੇ ਕੋਈ ਜਵਾਬ ਦਿੱਤਾ ਕਿ ਹੁਣ ਸੋਣਾ ਕੀ ਹੈ, ਸੋਣਾ ਕੀ ਹੈ, ਸਿਰਫ ਕੰਨ ਹੀ ਬੰਦ ਕਰਨੇ ਰਹਿ ਗਏ ਨੇ। ਗੱਲ ਠੀਕ ਹੈ ਤੁਹਾਡੀ, ਸਿਰਫ ਕੰਨ ਹੀ ਬੰਦ ਕਰਨੇ ਰਹਿ ਗਏ ਨੇ, ਅੱਖਾਂ ਤੇ ਪਹਿਲੇ ਮਾਲਕ ਨੇ ਬੰਦ ਕੀਤੀਆਂ ਹੋਈਆਂ ਨੇ, ਰੋਸ਼ਨੀ ਨਹੀਂ ਹੈ। ਸੋ ਇਹ ਵਤੀਰਾ ਜਿਹੜਾ ਆ ਹੁਣ ਇਹਨਾਂ ਲੋਕਾਂ ਦਾ, ਸਿਆਸਤਦਾਨਾਂ ਦਾ, ਇਹ ਅਸਲ ਮੁੱਦਿਆਂ ਤੋਂ ਕੰਨ ਬੰਦ ਕਰਕੇ ਬੈਠੇ ਨੇ। ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੁਰਾਣੇ ਅਕਾਲੀ ਵਰਕਰ ਆ ਸਰਦਾਰ ਸਾਹਿਬ, ਉਹ ਇਹਨਾਂ ਨੂੰ ਪੁੱਛਣਗੇ ਕਿ ਇਹ ਲਾਈਨ ਕਹੀ ਹੈ, ਕਿ ਜਿਹੜੇ ਪੁਰਾਣੇ ਕਿਰਪਾਲ ਸਿੰਘ ਬਡੂੰਗਰ ਵਰਗੇ ਕਿਤਾਬਾਂ ਲਿਖਣ ਵਾਲੇ ਪੁਰਾਣੇ ਟਕਸਾਲੀ ਜਥੇਦਾਰ ਨੇ ਜੀ, ਉਹ ਸਵਾਲ ਕਰਨਗੇ ਕਿ ਇਹ ਕਿਹੜਾ ਰਾਹ ਵਾ? ਔਖਾ ਸਵਾਲ ਹੈ, ਔਖਾ ਸਵਾਲ ਹੈ। ਫਿਰ ਸੌਖਾ ਕਰ ਦਿਓ। ਯਾਦ ਹੋਣਾ ਕਿ ਜਦੋਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਤੁਸੀਂ ਗੱਲ ਕੀਤੀ, ਇੱਕ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ
2002-3 ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ। ਹਾਂ ਬਿਲਕੁਲ। ਇੱਕ ਵਕਤ ਐਸਾ ਆਇਆ ਕਿ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੂੰ BC ਸੈੱਲ ਦਾ ਪ੍ਰਧਾਨ ਲਾ ਦਿੱਤਾ ਗਿਆ ਜੀ, ਤੇ ਲੋਕਾਂ ਨੇ ਤਨਜ ਕੀਤਾ ਕਿ ਪ੍ਰੋਫੈਸਰ ਸਾਹਿਬ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਰੁਤਬਾ ਵੱਡਾ ਹੁੰਦਾ ਜਾਂ ਸਿਆਸੀ ਪੋਸਟ ਦਾ ਜੀ। ਤੇ ਪ੍ਰੋਫੈਸਰ ਬਡੂੰਗਰ ਸਾਹਿਬ ਕਹਿੰਦੇ ਜੀ ਚਲੋ ਜੋ ਪਾਰਟੀ ਨੇ ਝੋਲੀ 'ਚ ਪਾ ਦਿੱਤਾ ਪ੍ਰਵਾਨ ਹੈ ਜੀ। ਸੋ ਜਦੋਂ ਸੋਚ ਇੱਥੋਂ ਤੱਕ ਰਹਿ ਜੇ, ਫਰਾਂਸ ਜਿਹੜੀ ਸਭਿਅਤਾ ਆ ਕਿੱਡੀ ਰੋਮਨ ਸਭਿਅਤਾ ਕਿੱਡੀ ਮਜ਼ਬੂਤ ਸਭਿਅਤਾ ਰਹੀ ਹੈ, ਜਦੋਂ ਉਹ ਸਭਿਅਤਾ ਖਤਮ ਹੁੰਦੀ ਆ ਜੀ ਤੇ ਉਹਦੇ ਜਦੋਂ ਕਾਰਨ ਦੇਖੇ ਗਏ ਤੇ ਇਹੀ ਸੀ ਕਿ ਹਰ ਬੰਦੇ ਦੇ ਅੰਦਰ ਸੱਤਾ ਤੇ ਕਾਬਜ ਹੋਣ ਦਾ ਜਜ਼ਬਾ ਪੈਦਾ ਹੋ ਗਿਆ ਜੀ। ਇਹ ਆਸ ਕੀਤੀ ਗਈ ਕਿ ਜੇ ਉੱਪਰਲਾ ਕੁਝ ਖਾ ਰਿਹਾ ਉਹਦੇ ਮੂੰਹ ਚੋਂ ਕੁਝ ਕਣਕਾਂ ਵੀ ਡਿੱਗ ਪਵੇ ਤਾਂ ਮੇਰੇ ਮੂੰਹ 'ਚ ਡਿੱਗੇ। ਹਰ ਬੰਦਾ ਥੱਲੇ ਮੂੰਹ ਅੱਡ ਕੇ ਬੈਠਾ ਹੋਇਆ, ਤੇ ਜਦੋਂ ਸੱਤਾ ਹਾਸਲ ਕਰਨ ਲਈ ਵੱਡਿਆਂ ਦੀ ਦਲਾਲੀ ਸ਼ੁਰੂ ਹੋ ਗਈ, ਜਿਹਨੂੰ ਉਹਦੇ ਲੇਖਕ ਨੇ ਕਿਤਾਬ 'ਚ ਨਾਮ ਵਰਤਿਆ ਪਿੰਪਿੰਗ ਆਫ ਲਾਰਡਸ, ਵੀ ਜਦੋਂ ਸੱਤਾ ਲਈ ਦਲਾਲੀ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਰੰਧਾਵਾ ਜੀ ਸਵਾਲ ਕੋਈ ਨਹੀਂ ਪੁੱਛਦਾ। ਠੀਕ ਹੈ ਨੇ ਤੁਸੀਂ, ਫਿਰ ਥੱਲੇ ਸਭ ਗੂੰਗੇ ਤੇ ਬੋਲੇ ਹੋ ਜਾਂਦੇ ਨੇ। ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ, ਜਥੇਦਾਰ ਤੋਤਾ ਸਿੰਘ ਹੁਰੀ ਬੈਠੇ ਨੇ, ਇਹਨਾਂ ਨੇ ਉਹ ਸੰਤਾਪ ਦੇਖਿਆ ਰਾਸ਼ਟਰਪਤੀ ਰਾਜ ਦਾ। ਪ੍ਰੋਫੈਸਰ ਬਡੂੰਗਰ ਨੇ ਦੇਖਿਆ ਹੋਏਗਾ, ਇਸੇ ਤਰ੍ਹਾਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਦੇਖਿਆ ਹੋਏਗਾ, ਚੰਦੂ ਮਾਜਰਾ ਸਾਹਿਬ ਨੇ ਦੇਖਿਆ ਹੋਏਗਾ। ਇਹਨਾਂ ਨੂੰ ਐਮਰਜੈਂਸੀ ਦਾ ਸੇਕ ਵੀ ਲੱਗਾ ਹੋਏਗਾ ਔਰ ਇਹਨਾਂ ਨੇ ਬਕਾਇਦਾ ਰਾਸ਼ਟਰਪਤੀ ਰਾਜ ਦਾ ਸੇਕ ਵੀ ਚੱਲਿਆ ਹੋਏਗਾ, ਲੇਕਿਨ ਸਵਾਲ ਕੋਈ ਨਹੀਂ ਕਰੇਗਾ, ਕਿਉਂਕਿ ਜਿਹੜੇ ਲੋਕ ਜਿਸ ਸ਼ਖਸ ਨੇ ਅੱਜ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਦਾ ਇੱਕ ਸੁਪਨਾ ਪੇਸ਼ ਕੀਤਾ, ਸੰਭਾਵਨਾ ਪੇਸ਼ ਕੀਤੀ, ਉਹ ਪਾਰਟੀ ਦਾ ਬੁਲਾਰਾ ਹੈ। ਨਹੀਂ ਦੇਖੋ ਵੱਡੇ ਲੋਕ ਆ, ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਗੱਲ ਪਿੱਛੋਂ ਆ ਰਹੀ ਆ, ਹਾਈ ਕਮਾਂਡ ਤੋਂ ਆ ਰਹੀ ਆ। ਦੂਜੀ ਗੱਲ, ਦੋ ਪਹਿਲੂ ਆ, ਕਈ ਵਾਰੀ ਵੱਡੇ ਲੀਡਰ ਇਹ ਸੋਚਦੇ ਚਲੋ ਜਿਹੜੇ ਕਰਨਗੇ ਭੁਗਤਣਗੇ, ਜਿਹੜੇ ਕਰਨਗੇ ਉਹ ਭੁਗਤਣਗੇ। ਦੂਜੀ ਵੱਲ ਕਈ ਵਾਰੀ ਵੱਡੇ ਲੀਡਰ ਇਹ ਮਹਿਸੂਸ ਵੀ ਕਰਦੇ ਆ ਕਿ ਚਲੋ ਸਾਨੂੰ ਕੀ, ਅਸੀਂ ਕਿਹੜਾ ਭਾਈਵਾਲ, ਸਾਨੂੰ ਕਿਹੜਾ ਕਿਸੇ ਨੇ ਪੁੱਛਿਆ, ਲੇਕਿਨ ਸਟੇਟ ਦੇ ਖਿਲਾਫ ਆ, ਸੂਬੇ ਦੇ ਹਿੱਤਾਂ ਦੇ ਖਿਲਾਫ ਆ, ਕਾਲੀ ਪੈਂਤੜੇਬਾਜ਼ੀ ਦੇ ਖਿਲਾਫ ਆ, ਅਕਾਲੀ ਸੋਚ ਦੇ ਖਿਲਾਫ ਆ। ਸੋ ਅਕਾਲੀ ਸੋਚ ਨਾ ਮਾਰੋ, ਅਕਾਲੀ ਸੋਚ ਨੂੰ ਜਮਾ ਖੜੀ ਰਹਿਣ ਦਿਓ। ਹਾਲਾਤ ਬਦਲ ਜਾਂਦੇ, ਲੀਡਰਸ਼ਿਪ ਬਦਲ ਜਾਂਦੀ ਆ, ਲੇਕਿਨ ਕੋਈ ਵਿਚਾਰਧਾਰਾ ਮਰਨੀ ਨਹੀਂ ਚਾਹੀਦੀ ਔਰ ਕੋਈ ਵਿਚਾਰਧਾਰਾ ਤੇ ਹਰਫ ਨਹੀਂ ਆਉਣਾ ਚਾਹੀਦਾ। ਸਰਦਾਰ ਸਾਹਿਬ ਬਹੁਤ ਮਿਹਰਬਾਨੀ, ਮੇਰੇ ਖਿਆਲ ਤੁਹਾਡੀਆਂ ਕੁਝ ਗੱਲਾਂ ਰਹਿ ਗਈਆਂ, ਲੇਕਿਨ ਚਲੋ ਅਗਲੇ ਸੈਗਮੈਂਟ 'ਚ ਕਰਦੇ, ਅਗਲੇ ਸੈਗਮੈਂਟ ਫਿਰ ਕਰਾਂਗੇ। ਬਹੁਤ ਮਿਹਰਬਾਨੀ।